परमेश्वर की हज़ूरी विच बैठे सारे भैन भरावां नूं प्यार भरी जय मसीह दी। अज शाम के समय में आपां परमेश्वर की हज़ूरी विच इकट्ठे होए हां। आओ अज दे दिन की किरपा दे लई परमेश्वर जी दा धन्नवाद करदे होए प्रार्थना करिए। हालेलुया 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 हालेलुया। धन्नवाद 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 पिता परमेश्वर मसीह नासरी दा धन्नवाद करदे हां। तादा शुक्र करदे मेरे प्रभु जी अज दे इस दिन की किरपा दे लई मेरे पिता परमेश्वर दिन भर तुसीं सानूं संभाल के रखिया मेरे प्रभु जी। साडी आउण जाण विच साडी मदद ते सहायता कीती, तुहाडा धन्नवाद करदे हां प्रभु। तुहाडे पवित्र स्वर्गदूतां ने साडी राखी कीते मेरे पिता परमेश्वर, साडे रास्ते नूं सिद्धा कीता मेरे प्रभु जी। सारियां उलझनां परेशानियां मुश्किलां बीमारियां तो सानूं बचा के रखिया, तुहाडा धन्नवाद करदे हां प्रभु जी। असीं शाम दे समय विच तुहाडी हज़ूरी विच इकट्ठे हुंदे मेरे पिता, तुहाडे पाक वचन नूं पढ़न और सुनन लई जा रहे मेरे प्रभु जी। साडी मदद करना मेरे पिता कि दिता होया अज दा इह खास वचन साडे हिरदिਆਂ ਦੇ अंदर जमा हो जाए और साडे लई आशीष ते बरकत दा कारण बने और कोई भी शैतान दी शक्ति इस सुंदर समय नूं साडे कोलों चुरा ना पावे। असीं ये मंगदे हां साडे प्रभु यीशु मसीह जी दे नाम विच, आमीन। अज आपां परमेश्वर दे वचन च जाणांगे यूहन्ना 11 ਉਹਦੀ 25 और 26 नंबर आयत नूं। यीशु ने उसनूं आख्या, मुर्दिਆਂ ਦਾ जी उठना ਅਤੇ जीवन मैं हाँ। ਜਿਹੜਾ ਮਨੁੱਖ ਮੇਰੇ ਤੇ ਵਿਸ਼ਵਾਸ ਕਰਦਾ ਹੈ ਭਾਵੇਂ ਉਹ ਮਰ ਜਾਏ ਤਾਂ ਵੀ ਉਹ ਜੀਵੇਗਾ। ਹਰ ਮਨੁੱਖ ਜੋ ਜਿਉਂਦਾ ਹੈ ਅਤੇ ਮੇਰੇ ਤੇ ਵਿਸ਼ਵਾਸ ਕਰਦਾ ਹੈ ਕਦੀ ਨਹੀਂ ਮਰੇਗਾ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ ਕਿ ਮੁਰਦਿਆਂ ਵਿੱਚੋਂ ਜੀ ਉੱਠਣਾ ਅਤੇ ਜੀਵਨ ਮੈਂ ਹਾਂ। ਮਤਲਬ ਸਾਡਾ ਪਰਮੇਸ਼ਰ ਜਿਹੜਾ ਯਿਸੂ ਮਸੀਹ ਨਾਸਰੀ ਆ ਉਹਦੇ ਵਿੱਚ ਜੀਵਨ ਆ, ਪਰ ਅਸੀਂ ਜਾਣਾਂਗੇ ਕਿ ਉਹਦੇ ਵਿੱਚ ਜੀਵਨ ਕਿਉਂ ਆ। ਕਿਉਂਕਿ ਜਦ ਵੀ ਪੂਰੇ ਸੰਸਾਰ ਨੂੰ ਸਰਜਿਆ ਗਿਆ ਸੀ, ਬਣਾਇਆ ਗਿਆ ਸੀ ਤੇ ਉਹ ਪਰਮੇਸ਼ਰ ਦਾ ਸ਼ਬਦ ਸੀ ਜਿਹਦੇ ਦੁਆਰਾ ਸੰਸਾਰ ਸਰਜਿਆ ਗਿਆ ਸੀ। ਯਿਸੂ ਮਸੀਹ ਪਰਮੇਸ਼ਰ ਦਾ ਸ਼ਬਦ ਸੀ। और जब परमेश्वर ने देखा कि संसार ने अपने आप ਨੂੰ नाश ਵੱਲ ਲੈ ਲਿਆ ਆ, ਇਹਦੇ ਵਿੱਚ ਬਦੀ ਵੱਧ ਗਈ ਹੈ, ਇਹਦੇ ਵਿੱਚ ਨਾਸ਼ ਵੱਧ ਗਿਆ ਆ, ਇਹ ਸੰਸਾਰ ਆਲਮੋਸਟ ਨਾਸ਼ ਹੋਣ ਦੀ ਕਗਾਰ ਤੇ ਆ, ਤਾਂ ਉਹਨਾਂ ਨੇ ਉਸ ਸ਼ਬਦ ਨੂੰ ਦੇਹਧਾਰੀ ਕੀਤਾ। मतलब ਉਹੀ ਸ਼ਬਦ ਜਿਹਨੇ ਪੂਰੀ ਸ੍ਰਿਸ਼ਟੀ ਬਣਾਈ ਸੀ, ਉਹੀ ਸ਼ਬਦ ਇਸ ਪੂਰੇ ਸੰਸਾਰ ਨੂੰ ਬਚਾਉਣ ਦੇ ਲਈ ਦੇਹਧਾਰੀ ਹੋਇਆ। और ਉਹਨੇ ਕੀ ਕੀਤਾ? ਉਹਨੇ ਉਸ ਪਾਪੀ ਸਰੀਰ ਦੇ ਵਿੱਚ ਜਨਮ ਲਿਆ ਜਿਹੜਾ ਪਾਪਾਂ ਦੀ ਮਾਫੀ ਦੇ ਲਈ ਕੁਰਬਾਨ ਕੀਤਾ ਗਿਆ। ਕਿਉਂਕਿ ਸਰੀਰ ਪਾਪੀ ਸੀ, ਅਸੀਂ ਜਾਣਦੇ ਹਾਂ ਕਿ ਸਾਡੇ ਮਨ ਦੇ ਵਿਚਾਰ ਬੁਰੇ ਹੁੰਦੇ ਆ, ਔਰ ਉਹਨਾਂ ਬੁਰੇ ਵਿਚਾਰਾਂ ਨੂੰ ਪੂਰਾ ਕਰਨ ਵਿੱਚ ਸਾਡਾ ਸਰੀਰ ਸਾਥ ਦਿੰਦਾ ਆ। ਔਰ ਇਸ ਸਰੀਰ ਦੇ ਦੁਆਰਾ ਕੀਤੇ ਹੋਏ ਸਾਰੇ ਪਾਪ ਸਾਡੀ ਆਤਮਾ ਨੂੰ ਨਾਸ਼ ਵੱਲ ਲੈ ਕੇ ਜਾਂਦੇ ਆ। ਪਰ ਪ੍ਰਭੂ ਜੀ ਨੇ ਕੀ ਕੀਤਾ? ਇਸ ਪਾਪੀ ਸਰੀਰ ਦੇ ਵਿੱਚ ਜਨਮ ਲੈ ਕੇ ਆਤਮਾ ਦੇ ਪਾਪਾਂ ਤੋਂ ਬਚਾਉਣ ਦੇ ਲਈ, ਕਿ ਜਿਹੜੇ ਆਤਮਾ ਦੇ ਉੱਤੇ, ਕਿਉਂਕਿ ਸੰਸਾਰ ਨੇ ਤਾਂ ਸਾਨੂੰ ਪਾਪ ਵਿੱਚ ਪਾ ਦਿੱਤਾ, ਇਸ ਸਰੀਰ ਨੇ ਉਸ ਕੰਮ ਕਰਨ ਨੂੰ ਸਾਨੂੰ ਇਨਕਰੇਜ ਕੀਤਾ ਔਰ ਅਸੀਂ ਪਾਪ ਕਰ ਦਿੱਤਾ। ਪਰ ਉਸ ਤੋਂ ਬਾਅਦ ਸਜ਼ਾ ਸਾਡੀ ਆਤਮਾ ਨੂੰ ਮਿਲਣੀ ਸੀ, ਇਸ ਲਈ ਸਾਡੀ ਆਤਮਾ ਨੂੰ ਉਸ ਸਜ਼ਾ ਤੋਂ ਬਚਾਉਣ ਦੇ ਲਈ ਉਹਨਾਂ ਨੇ ਆਪਣੇ ਸਰੀਰ ਨੂੰ ਕੁਰਬਾਨ ਕਰ ਦਿੱਤਾ ਔਰ ਮੁਰਦਿਆਂ ਵਿੱਚੋਂ ਜੀ ਉੱਠੇ। ਅਜਿਹਾ ਕਿਉਂ ਹੋਇਆ ਕਿ ਉਹ ਮੁਰਦਿਆਂ ਵਿੱਚੋਂ ਜੀ ਉੱਠੇ? ਕਹਿੰਦੇ ਜਿਹੜਾ ਇਨਸਾਨ ਪਰਮੇਸ਼ਰ ਤੇ ਵਿਸ਼ਵਾਸ ਰੱਖੇਗਾ ਉਹ ਕਦੀ ਨਹੀਂ ਮਰੇਗਾ, ਉਹ ਮਰ ਵੀ ਜਾਵੇ ਉਹ ਤਾਂ ਵੀ ਜੀਵੇਗਾ। ਕਿਉਂਕਿ ਪਰਮੇਸ਼ਰ ਦੇ ਪੁੱਤਰ ਨੇ ਆਪਣੇ ਪਿਤਾ ਤੇ ਵਿਸ਼ਵਾਸ ਰੱਖਿਆ ਸੀ। ਉਹਨਾਂ ਨੇ ਕਦੇ ਵੀ ਇਹ ਗੱਲ ਨਹੀਂ ਸੀ ਕਹੀ ਕਿ ਜੇ ਮੈਂ ਅੱਜ ਮਰ ਚੱਲਿਆ ਕਿਤੇ ਮੇਰੇ ਪਰਮੇਸ਼ਰ ਦਾ ਵਾਅਦਾ ਝੂਠਾ ਨਾ ਹੋ ਜਾਵੇ, ਕਿਤੇ ਅਜਿਹਾ ਨਾ ਹੋਵੇ ਕਿ ਪਰਮੇਸ਼ਰ ਕਹਿੰਦਾ ਤਾਂ ਹੈ ਮੈਂ ਤੀਜੇ ਦਿਨ ਜਿੰਦਾ ਹੋਵਾਂਗਾ ਪਰ ਮੈਂ ਹੋਵਾਂ ਨਾ, ਫਿਰ ਮੈਂ ਕੀ ਕਰਾਂਗਾ। ਉਹਨਾਂ ਦੇ ਮਨ ਵਿੱਚ ਸ਼ੱਕ ਨਹੀਂ ਸੀ ਪਰ ਵਿਸ਼ਵਾਸ ਸੀ। ਔਰ ਉਹਨਾਂ ਨੇ ਕੀ ਕਿਹਾ ਕਿ ਹਰ ਇੱਕ ਜਿਹੜਾ ਵਿਸ਼ਵਾਸ ਕਰੇਗਾ ਉਹ ਮੁਰਦਿਆਂ ਵਿੱਚੋਂ ਵੀ ਜਵਾ ਲਿਆ ਜਾਵੇਗਾ। ਹਾਲੇਲੂਇਆ। ਸਾਰੀ ਗੱਲ ਵਿਸ਼ਵਾਸ ਤੇ, ਕਿਉਂਕਿ ਪਰਮੇਸ਼ਰ ਦੇ ਵਿੱਚ ਜੀਵਨ ਸੀ ਔਰ ਉਹਨਾਂ ਨੇ ਉਸ ਜੀਵਨ ਨੂੰ ਕਿੱਦਾਂ ਗ੍ਰਹਿਣ ਕੀਤਾ? ਉਸ ਪੱਕੇ ਵਿਸ਼ਵਾਸ ਦੇ ਨਾਲ, ਉਸ ਆਗਿਆਕਾਰੀ ਦੇ ਨਾਲ, ਉਸ ਪਰਮੇਸ਼ਰ ਦੇ ਵਚਨਬੱਧ ਹੋਣ ਦੇ ਕਾਰਨ। ਕਿਉਂਕਿ ਅਸੀਂ ਜਾਣਦੇ ਕਿ ਉਹਨਾਂ ਨੇ ਆਪਣੇ ਜੀਵਨ ਵਿੱਚ ਕਿੰਨੇ ਜ਼ਿਆਦਾ ਦੁੱਖ ਸਹੇ ਸੀ, ਪਰ ਇੱਕ ਵਾਰ ਵੀ ਉਹਨੇ ਆਪਣੇ ਪਿਤਾ ਨੂੰ ਇਹ ਨਹੀਂ ਸੀ ਕਿਹਾ ਕਿ ਮੈਨੂੰ ਇਹ ਦੁੱਖ ਕਿਉਂ ਝੱਲਣੇ ਪੈ ਰਹੇ ਜਦ ਕਿ ਮੈਂ ਕੋਈ ਪਾਪ ਨਹੀਂ ਕੀਤਾ। ਪਾਪ ਅਸੀਂ ਕੀਤੇ ਸੀ ਪਰ ਦੁੱਖ ਉਹਨਾਂ ਨੇ ਝੱਲੇ, ਪਰ ਉਹਨਾਂ ਨੇ ਆਪਣੇ ਆਪ ਨੂੰ ਬੇਗੁਨਾਹ ਵੀ ਨਹੀਂ ਸਾਬਿਤ ਕੀਤਾ ਜਦ ਕਿ ਉਹ ਬੇਗੁਨਾਹ ਸੀਗੇ। ਉਹਨਾਂ ਨੇ ਕੋਈ ਗੁਨਾਹ ਨਹੀਂ ਸੀ ਕੀਤਾ। ਜੋ ਝੂਠੀਆਂ ਗਵਾਹੀਆਂ, ਜੋ ਦੋਸ਼ ਉਹਨਾਂ ਤੇ ਲਾਏ ਜਾਂਦੇ ਸੀ, ਉਹਨਾਂ ਤੋਂ ਵੀ ਉਹਨੇ ਆਪਣੇ ਆਪ ਨੂੰ ਕਦੇ ਇਨਕਾਰ ਨਹੀਂ ਕੀਤਾ। ਉਹਨਾਂ ਨੇ ਕਦੇ ਨਹੀਂ ਕਿਹਾ ਕਿ ਮੈਂ ਇਹ ਗੁਨਾਹ ਨਹੀਂ ਕੀਤੇ। ਉਹ ਕਹਿਣ ਨੂੰ ਸਭ ਕੁਝ ਕਰ ਸਕਦੇ ਸੀ, ਉਹ ਬੋਲਦੇ ਤਾਂ ਕੋਈ ਵੀ ਇਨਸਾਨ ਦੀ ਹਿੰਮਤ ਨਹੀਂ ਸੀ ਕਿ ਉਹਨਾਂ ਦੇ ਸਾਹਮਣੇ ਉਸ ਗੱਲ ਦਾ ਜਵਾਬ ਦੇ ਸਕਦੇ। ਕਿਉਂਕਿ ਅਜਿਹਾ ਬਹੁਤ ਵਾਰੀ ਹੋਇਆ ਜਦ ਉਹਨਾਂ ਨੇ ਧਰਮ ਗੁਰੂਆਂ ਦੇ ਸਾਹਮਣੇ ਆਪਣੇ ਬਚਨ ਬੋਲੇ ਸੀ ਤਾਂ ਉਹ ਧਰਮ ਗੁਰੂ ਵੀ ਉਹਨਾਂ ਦੀ ਉਸ ਗੱਲ ਦਾ ਆਨਸਰ ਨਹੀਂ ਸੀ ਕਰ ਪਾਏ। ਜੇ ਉਹ ਚਾਹੁੰਦੇ ਤਾਂ ਆਪਣੇ ਆਪ ਨੂੰ ਬਚਾ ਸਕਦੇ, ਉਸ ਸਲੀਪ ਤੋਂ ਬਚਾ ਸਕਦੇ ਸੀ, ਪਰ ਉਹਨਾਂ ਨੇ ਅਜਿਹਾ ਕਿਉਂ ਨਹੀਂ ਕੀਤਾ? ਕਿਉਂਕਿ ਉਹਨਾਂ ਦੇ ਮਨ ਵਿੱਚ ਵਿਸ਼ਵਾਸ ਸੀ ਕਿ ਜੇ ਮੇਰੇ ਪਿਤਾ ਨੇ ਮੇਰੇ ਨਾਲ ਵਾਅਦਾ ਕੀਤਾ ਹੈ ਨਾ ਤੇ ਉਹ ਜ਼ਰੂਰ ਪੂਰਾ ਹੋਵੇਗਾ। ਜੇ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਮੁਰਦੇ ਵਿੱਚੋਂ ਜਵਾਇਆ ਜਾਵੇਂਗਾ ਤਾਂ ਮੈਂ ਸੱਚਮੁੱਚ ਮੁਰਦਿਆਂ ਵਿੱਚੋਂ ਜਵਾਇਆ ਜਾਵਾਂਗਾ।
ਤੇ ਜਦ ਉਹਨਾਂ ਨੇ ਉਹ ਸਾਰੀਆਂ ਪ੍ਰੀਖਿਆਵਾਂ ਨੂੰ, ਸਾਰੇ ਦੁੱਖਾਂ ਨੂੰ ਆਪਦੇ ਸਰੀਰ ਉੱਤੇ ਝੱਲ ਲਿਆ, ਜਦ ਪਿਤਾ ਪਰਮੇਸ਼ਰ ਨੇ ਦੇਖਿਆ ਕਿ ਮੇਰਾ ਪੁੱਤਰ ਇਮਾਨਦਾਰੀ ਦੇ ਨਾਲ ਉਹਨਾਂ ਸਾਰੇ ਦੁੱਖਾਂ ਨੂੰ ਸਹਿ ਰਿਹਾ ਸੀ, ਉਹਨਾਂ ਨੇ ਉਹ ਵਾਅਦਾ ਉਹਨਾਂ ਦੀ ਜ਼ਿੰਦਗੀ 'ਚ ਪੂਰਾ ਕੀਤਾ। ਵਾਅਦੇ ਸਾਡੇ ਨਾਲ ਵੀ ਪਰਮੇਸ਼ਰ ਨੇ ਬਹੁਤ ਕੀਤੇ। ਉਹਨਾਂ ਨੇ ਕੀ ਕਿਹਾ ਕਿ ਤੁਸੀਂ ਕੌਮਾਂ ਦੇ ਉੱਤੇ ਰਾਜ ਕਰੋਗੇ, ਤੁਸੀਂ ਕੌਮਾਂ ਨੂੰ ਕਰਜ਼ਾ ਦੇਣ ਵਾਲੇ ਹੋਵੋਗੇ, ਪਰ ਤੁਸੀਂ ਕਿਸੇ ਦਾ ਕਰਜ਼ਾ ਨਹੀਂ ਦੇਣਾ ਹੋਊਗਾ, ਕਿਸੇ ਤੋਂ ਤੁਹਾਨੂੰ ਲੈਣ ਦੀ ਜ਼ਰੂਰਤ ਨਹੀਂ ਪੜੇਗੀ, ਬਾਕੀ ਤੁਸੀਂ ਵੰਡਣ ਵਾਲੇ ਹੋਵੋਗੇ, ਤੁਸੀਂ ਨਾਸ਼ ਨਹੀਂ ਹੋਵੋਗੇ ਬਲਕਿ ਸਦਾ ਦਾ ਜੀਵਨ ਪਾਓਗੇ। ਵਾਅਦੇ ਤਾਂ ਸਾਡੇ ਪਰਮੇਸ਼ਰ ਨੇ ਸਾਡੇ ਨਾਲ ਵੀ ਕੀਤੇ ਆ, ਪਰ ਸਾਡੇ ਵਿੱਚ ਜੀਵਨ ਕਿਉਂ ਨਹੀਂ ਹੈਗਾ? ਕਿਉਂਕਿ ਸਾਡੇ ਵਿੱਚ ਸ਼ੱਕ ਕੰਮ ਕਰਦਾ ਆ। ਅਸੀਂ ਪ੍ਰਾਰਥਨਾ ਤਾਂ ਕਰ ਲੈਂਦੇ, ਪਰ ਉਸੇ ਵੇਲੇ ਸਾਡੇ ਅੰਦਰ ਸ਼ੱਕ ਹੋ ਜਾਂਦਾ ਕਿ ਪਰਮੇਸ਼ਰ ਨੇ ਕਿਹਾ ਤਾਂ ਹੈ, ਪਤਾ ਨਹੀਂ ਇਹ ਹੋਊਗਾ ਕਿ ਨਹੀਂ ਹੋਊਗਾ। ਜਾਂ ਫਿਰ ਜਦ ਵੀ ਅਸੀਂ ਪ੍ਰੇਅਰ ਕਰਨ ਤੋਂ ਬਾਅਦ ਆਪਣੇ ਆਪ ਦੇ ਵਿੱਚ ਨੈਗੇਟਿਵ ਥਾਟਸ ਨੂੰ ਕ੍ਰੀਏਟ ਕਰਨ ਲੱਗ ਜਾਂਦੇ ਆ ਕਿ ਪਤਾ ਨਹੀਂ ਇਹ ਕਦੋਂ ਹੋਊਗਾ। ਸਾਡੇ ਵਿੱਚ ਸ਼ੱਕ ਹੈ, ਇਸ ਲਈ ਸਾਡੇ ਵਿੱਚ ਜੀਵਨ ਨਹੀਂ ਹੈਗਾ, ਅਸੀਂ ਨਾਸ਼ ਹੁੰਦੇ ਹਾਂ। ਪਰ ਜਿਹਦੇ ਵਿੱਚ ਵਿਸ਼ਵਾਸ ਹੈ, ਕਹਿੰਦੇ ਉਹ ਬਚਾਇਆ ਜਾਵੇਗਾ, ਚਾਹੇ ਉਹ ਮਰ ਵੀ ਕਿਉਂ ਨਾ ਜਾਵੇ, ਉਹ ਫਿਰ ਵੀ ਜਵਾਇਆ ਜਾਵੇਗਾ। ਹਾਲੇਲੂਇਆ। ਪ੍ਰਭੂ ਜੀ ਕਹਿੰਦੇ ਕਿ ਹਰ ਉਹ ਇਨਸਾਨ ਜਿਹੜਾ ਮੇਰੇ ਤੇ ਵਿਸ਼ਵਾਸ ਕਰਦਾ ਉਹ ਕਦੀ ਨਹੀਂ ਮਰੇਗਾ। ਕਦੀ ਨਹੀਂ ਮਰੇਗਾ ਦਾ ਕੀ ਮਤਲਬ ਆ? ਇਹ ਨਹੀਂ ਹੈਗਾ ਕਿ ਅਸੀਂ ਜਗਤ ਦੇ ਵਿੱਚ ਹੀ ਸਾਲੋਂ ਸਾਲ ਜਿੰਦਾ ਰਵਾਂਗੇ, ਹਜ਼ਾਰਾਂ ਸਾਲ ਇੱਥੇ ਜਿੰਦਾ ਰਵਾਂਗੇ, ਪਰ ਕਦੀ ਨਹੀਂ ਮਰੇਗਾ ਵਾਲਾ ਜੀਵਨ ਕਿਹੜਾ ਆ? ਉਹ ਜੀਵਨ ਆ ਜਿਹੜਾ ਅਸੀਂ ਇਸ ਜਗਤ ਤੋਂ ਮਰਨ ਤੋਂ ਬਾਅਦ ਹਾਸਿਲ ਕਰਨਾ। ਪਰ ਯਿਸੂ ਮਸੀਹ ਜੀ ਨੂੰ ਵੀ ਇਹ ਗੱਲ ਸਿਰਫ ਕਹੀ ਗਈ ਸੀ ਕਿ ਜਦ ਤੁਸੀਂ ਮਰੇ ਜਾਓਗੇ ਤਾਂ ਉਦੋਂ ਬਾਅਦ ਤੀਜੇ ਦਿਨ ਬਾਅਦ ਫਿਰ ਜਵਾਏ ਜਾਓਗੇ, ਪਰ ਉਹਨਾਂ ਨੇ ਉਸ ਗੱਲ ਨੂੰ ਮੰਨ ਲਿਆ ਕਿ ਸੱਚਮੁੱਚ ਅਜਿਹਾ ਹੀ ਆ। ਪਰ ਜਦੋਂ ਸਾਨੂੰ ਇਹ ਗੱਲ ਕਹੀ ਜਾਂਦੀ ਆ, ਸਾਡੇ ਵਿੱਚੋਂ ਬਹੁਤ ਸਾਰੇ ਅਜਿਹੇ ਆ ਜਿਨ੍ਹਾਂ ਨੂੰ ਇਹ ਲੱਗਦਾ ਕਿ ਮਰਨ ਤੋਂ ਬਾਅਦ ਕਿਹਨੇ ਵੇਖਿਆ ਕਿ ਸਾਨੂੰ ਕਿਹੜਾ ਜੀਵਨ ਮਿਲਣਾ ਆ। ਇਹੀ ਜੀਵਨ ਆ, ਇਸੇ ਨੂੰ ਜੀ ਲਓ, ਕਿਉਂਕਿ ਸਾਡੇ ਪੁਰਖਿਆਂ ਨੇ ਕੀ ਕਿਹਾ ਸੀ ਕਿ ਸਵਰਗ ਅਤੇ ਨਰਕ ਇੱਥੇ ਹੀ ਆ। ਪਰ ਅਸੀਂ ਆਪਣੇ ਪੁਰਖਿਆਂ ਦੀ ਗੱਲ ਨੂੰ, ਇਹ ਗੱਲ ਨੂੰ ਇੰਪੋਰਟੈਂਸ ਦਿੰਦੇ ਹਾਂ ਕਿ ਉਹਨਾਂ ਨੇ ਜੋ ਕਿਹਾ ਸੀ ਉਹ ਸਹੀ ਆ, ਪਰ ਅਸੀਂ ਇਹ ਨਹੀਂ ਵੇਖਦੇ ਕਿ ਉਹਨਾਂ ਦਾ ਗੁਰੂ ਸੀ, ਜੋ ਉਹਨਾਂ ਦਾ ਪਿਤਾ ਸੀ, ਉਹਨਾਂ ਦਾ ਪਰਮੇਸ਼ਰ ਸੀ, ਜਿਹੜਾ ਪੀੜ੍ਹੀ ਦਰ ਪੀੜ੍ਹੀ ਸਾਡਾ ਵੀ ਪਰਮੇਸ਼ਰ ਆ। ਉਹਨਾਂ ਨੇ ਸਾਨੂੰ ਕੀ ਕਿਹਾ ਕਿ ਸਦੀਪਕ ਜੀਵਨ ਮੇਰੇ ਕੋਲ ਆ, ਜਿਹੜਾ ਮੇਰੇ ਕਾਰਨ ਦੁੱਖ ਝੱਲੇਗਾ ਔਰ ਮਾਰਿਆ ਜਾਵੇਗਾ, ਉਹ ਹਮੇਸ਼ਾ ਦੇ ਲਈ ਜਵਾਇਆ ਜਾਵੇਗਾ। ਹਾਲੇਲੂਇਆ। ਅਸੀਂ ਇਹ ਜੋ ਸਦਾ ਜੀਵਨ ਵਾਲਾ ਨਾ, ਜਿਹੜਾ ਸਦਾ ਵਾਲਾ ਜੀਵਨ ਹੈ, ਕਦੀ ਨਾ ਮਰਨ ਵਾਲਾ ਜੀਵਨ ਹੈ, ਇਹ ਸਾਡੀ ਇਸ ਧਰਤੀ ਦੀ ਮੌਤ ਤੋਂ ਬਾਅਦ ਆ। ਔਰ ਉਹ ਕਿਹੜੀ ਮੌਤ ਹੋਊਗੀ ਇਸ ਧਰਤੀ ਉੱਤੇ? ਜਿੱਦਾਂ ਦੀ ਮੌਤ ਯਿਸੂ ਮਸੀਹ ਦੀ ਸੀ, ਕਿਉਂਕਿ ਅਸੀਂ ਉਹਦੇ ਪੁੱਤਰ ਆ। ਯਿਸੂ ਮਸੀਹ ਦੀ ਮੌਤ ਕਿੱਦਾਂ ਦੀ ਸੀ ਅਸੀਂ ਜਾਣਦੇ, ਬੇਹੱਦ ਦਰਦਨਾਕ ਸੀ, ਬਹੁਤ ਸਾਰੇ ਦੁੱਖਾਂ ਵਾਲੀ ਸੀ। ਸਿਰਫ ਮੌਤ ਹੀ ਨਹੀਂ, ਉਹਨਾਂ ਦਾ ਜੀਵਨ ਦਾ ਸਮਾਂ ਵੀ ਦੁੱਖਾਂ ਵਾਲਾ ਸੀ, ਪ੍ਰੀਖਿਆ ਵਾਲਾ ਸੀ, ਚਿੰਤਾਵਾਂ ਵਾਲਾ, ਪਰੇਸ਼ਾਨੀਆਂ ਵਾਲਾ ਸੀ। ਉਹਨਾਂ ਨੂੰ ਜਗ੍ਹਾ ਜਗ੍ਹਾ ਤੇ ਆਪਣੇ ਆਪ ਨੂੰ ਪ੍ਰੂਫ ਕਰਨਾ ਪੈਂਦਾ ਸੀਗਾ। ਪਰ ਅਸੀਂ ਇਹਨਾਂ ਪ੍ਰੀਖਿਆ ਵਿੱਚ ਬਿਨਾਂ ਪਏ ਤੋਂ ਹੀ ਅਸੀਂ ਕਹਿੰਦੇ ਕਿ ਸਾਨੂੰ ਉਹ ਸਦੀਪਕ ਜੀਵਨ ਮਿਲ ਜੇ, ਤਾਂ ਅਜਿਹਾ ਨਹੀਂ ਹੋ ਸਕਦਾ, ਕਿਉਂਕਿ ਜਿਹੜਾ ਸਤਾਇਆ ਜਾਵੇਗਾ, ਜਿਹੜਾ ਸਹੇਗਾ, ਉਹੀ ਬਚਾਇਆ ਜਾਵੇਗਾ। ਤੇ ਜੇ ਅਸੀਂ ਉਸ ਜੀਵਨ ਨੂੰ ਪਾਉਣਾ ਚਾਹੁੰਦੇ ਜਿਹਦੇ 'ਚ ਦੁੱਖ ਨਹੀਂ ਹੈਗੀ, ਚਿੰਤਾ ਨਹੀਂ ਹੈਗੀ, ਪਰੇਸ਼ਾਨੀ ਨਹੀਂ ਹੈਗੀ, ਜਿਹਦੇ 'ਚ ਅਸੀਂ ਕਦੇ ਨਾ ਮਰਾਂਗੇ, ਉਹ ਜੀਵਨ ਨੂੰ ਪਾਉਣ ਦੇ ਲਈ ਸਾਨੂੰ ਇਸ ਧਰਤੀ ਦੇ ਉੱਤੋਂ ਬੇਹੱਦ ਦਰਦਨਾਕ ਮੌਤ ਲੈਣੀ ਪਊਗੀ। ਔਰ ਇਹ ਗੱਲ ਸੱਚ ਹੈ, ਕਿਉਂਕਿ ਵਚਨ ਸਾਨੂੰ ਕੀ ਦੱਸਦਾ ਕਿ ਧਰਮੀ ਜਨ ਦੀ ਜੀਵਨ ਵਿੱਚ ਬਹੁਤ ਸਾਰੀਆਂ ਮੁਸੀਬਤਾਂ ਆਉਣਗੀਆਂ, ਪਰ ਬਚੇਗਾ ਉਹੀ ਜਿਹੜਾ ਅੰਤ ਤੋੜੀ ਸਹੇਗਾ। ਹਾਲੇਲੂਇਆ। ਤੇ ਅਸੀਂ ਅੰਤ ਤੋੜੀ ਸਹਿਣਾ ਆ, ਪਰ ਅਸੀਂ ਤਾਂ ਇਸ ਜੀਵਨ ਦੇ ਸਮੇਂ ਵਿੱਚ ਥੋੜੇ ਬਹੁਤ ਦੁੱਖ ਜਿਹੜੇ ਸਾਡੇ ਆਪਣੇ ਗੁਨਾਹਾਂ, ਗਲਤੀਆਂ, ਪਾਪਾਂ ਦੇ ਕਰਕੇ ਆਏ, ਉਹ ਵੀ ਨਹੀਂ ਸਹਿ ਪਾਉਂਦੇ। ਸਾਡਾ ਵਿਸ਼ਵਾਸ ਡੋਲ ਜਾਂਦਾ ਆ। ਅਸੀਂ ਉਸ ਜੀਵਨ ਦੇ ਹਜੇ ਤੱਕ ਕਲੋਜ਼ ਵੀ ਨਹੀਂ ਹੈਗੇ, ਉਹਦੇ ਹਿੱਸੇਦਾਰ ਤਾਂ ਕੀ, ਹੱਕਦਾਰ ਤਾਂ ਕੀ, ਹਜੇ ਅਸੀਂ ਉਹਦੇ ਨੇੜੇ ਵੀ ਨਹੀਂ ਹੈਗੇ, ਕਿਉਂਕਿ ਸਾਡੇ ਵਿੱਚ ਸ਼ੱਕ ਆ। ਪ੍ਰਭੂ ਜੀ ਵਿੱਚ ਜੀਵਨ ਸੀ ਕਿਉਂਕਿ ਉਹਨਾਂ ਵਿੱਚ ਵਿਸ਼ਵਾਸ ਸੀ, ਸਾਡੇ ਵਿੱਚ ਨਾਸ਼ ਹੈ ਕਿਉਂਕਿ ਸਾਡੇ ਵਿੱਚ ਅਵਿਸ਼ਵਾਸ ਹੈ। ਅਸੀਂ ਨਾਸ਼ ਕਰਨ ਵਾਲੇ ਹਾਂ, ਹਜੇ ਤੱਕ ਸਾਡੀਆਂ ਆਤਮਾਵਾਂ ਬਚਾਈਆਂ ਨਹੀਂ ਗਈਆਂ। ਬੇਸ਼ੱਕ ਅਸੀਂ ਪਰਮੇਸ਼ਰ ਦੇ ਵਚਨ ਸੁਣਦੇ ਹਾਂ, ਪਰ ਜਿੰਨਾ ਚਿਰ ਉਹ ਸਾਡੇ ਹਿਰਦਿਆਂ ਦੇ ਅੰਦਰ ਨਹੀਂ ਹੈਗੇ, ਜਿੰਨਾ ਚਿਰ ਉਹ ਸਾਨੂੰ ਗਲਤ ਕੰਮ ਤੋਂ ਰੋਕਣ ਦੇ ਲਈ ਸਾਡੇ ਅੱਖਾਂ ਮੂਹਰੇ ਨਹੀਂ ਆਉਂਦੇ, ਉਹਨਾਂ ਚਿਰ ਉਹਨਾਂ ਦਾ ਪੜ੍ਹਨਾ ਔਰ ਸੁਣਨਾ ਵਿਅਰਥ ਆ। ਜਦ ਸਾਡੇ ਸਾਹਮਣੇ ਕੋਈ ਜ਼ਰੂਰਤਮੰਦ ਹੈ, ਅਸੀਂ ਉਹਨੂੰ ਦੇਖ ਕੇ ਮੂੰਹ ਪਾਸੇ ਕਰ ਲੈਂਦੇ ਹਾਂ, ਉਹਨਾਂ ਚਿਰ ਸਾਡਾ ਉਹਨਾਂ ਵਚਨਾਂ ਦਾ ਸੁਣਨਾ ਵਿਅਰਥ ਆ, ਜਿੰਨਾ ਚਿਰ ਅਸੀਂ ਉਹਨੂੰ ਆਪਣੀ ਜ਼ਿੰਦਗੀ 'ਚ ਲਾਗੂ ਨਹੀਂ ਕਰਦੇ। ਕਿਉਂਕਿ ਪ੍ਰਭੂ ਜੀ ਨੇ ਹਰ ਇੱਕ ਵਚਨ ਨੂੰ ਆਪਣੀ ਜ਼ਿੰਦਗੀ 'ਚ ਲਾਗੂ ਕੀਤਾ ਸੀਗਾ, ਕਿ ਜੋ ਵੀ ਭਵਿੱਖਬਾਣੀਆਂ ਉਹਨਾਂ ਬਾਰੇ ਹੋਈਆਂ ਸੀ, ਉਹਨਾਂ ਨੇ ਹਰ ਇੱਕ ਨੂੰ ਯਾਦ ਕੀਤਾ ਔਰ ਉਹਨਾਂ ਸਾਰਿਆਂ ਨੂੰ ਪੂਰਾ ਕੀਤਾ। ਔਰ ਜੋ ਉਹਨਾਂ ਦੀ ਪਿਤਾ ਦੀ ਸਿੱਖਿਆ ਸੀ, ਉਹਨਾਂ ਨੇ ਉਹਨਾਂ ਦੀ ਸਿੱਖਿਆ ਦੇ ਅਨੁਸਾਰ ਹੀ ਆਪਣੀ ਜ਼ਿੰਦਗੀ ਜੀ ਸੀ। ਉਹਨਾਂ ਨੇ ਕਦੇ ਵੀ ਆਰਗਿਊ ਨਹੀਂ ਸੀ ਕੀਤਾ, ਕਦੇ ਵੀ ਉਹਨਾਂ ਨੇ ਇੱਕ ਵੀ ਵਚਨ ਦੀ ਉਲੰਘਣਾ ਨਹੀਂ ਸੀ ਕੀਤੀ। ਤਾਂ ਫਿਰ ਉਹਨਾਂ ਨੇ ਇੰਨੇ ਸਾਰੇ ਦੁੱਖ ਝੱਲਣ ਦੇ ਬਾਅਦ ਫਿਰ ਉਹਨਾਂ ਨੂੰ ਜੀਵਨ ਮਿਲਿਆ। ਤੇ ਸੇਮ ਪ੍ਰੋਸੀਜਰ ਸਾਡਾ ਆ। ਅਸੀਂ ਇਸ ਜਗਤ ਦੇ, ਸਾਡੇ ਬਹੁਤ ਸਾਰੇ ਲੋਕ ਵਿਰੋਧ ਹੋਣਗੇ, ਅਸੀਂ ਇਹਨਾਂ ਨੂੰ ਤਿਆਗਣਾ ਨਹੀਂ ਗਾ, ਬਲਕਿ ਇਹਨਾਂ ਨੂੰ ਬਦਲਣ ਦੀ ਕੋਸ਼ਿਸ਼ ਕਰਨੀ ਆ।
ਅਸੀਂ ਇਸ ਸੰਸਾਰ ਨਾਲ ਵੈਰ ਨਹੀਂ ਕਰਨਾ ਬਲਕਿ ਪ੍ਰੇਮ ਕਰਨਾ, ਕਿਉਂਕਿ ਜਗਤ ਨੇ ਸਾਡੇ ਪਰਮੇਸ਼ਰ ਨਾਲ ਪ੍ਰੇਮ ਨਹੀਂ ਸੀ ਕੀਤਾ, ਉਹਨਾਂ ਦਾ ਵਿਰੋਧ ਕੀਤਾ ਸੀ। ਤੇ ਜੇ ਜਗਤ ਸਾਡਾ ਵੀ ਵਿਰੋਧ ਕਰਦਾ ਤੇ ਮਤਲਬ ਅਸੀਂ ਪਰਮੇਸ਼ਰ ਵਿੱਚ ਜਿੰਦਾ ਆ, ਕਿਉਂਕਿ ਪ੍ਰਭੂ ਯਿਸੂ ਮਸੀਹ ਆਪਣੇ ਪਰਮੇਸ਼ਰ ਦੇ ਨਾਲ ਜੁੜੇ ਹੋਏ ਸੀ, ਉਹਨਾਂ ਵਿੱਚ ਜਿੰਦਾ ਸੀ, ਜਿਹਦੇ ਕਰਕੇ ਸੰਸਾਰ ਉਹਨਾਂ ਨਾਲ ਵੈਰ ਕਰਦਾ। ਸੰਸਾਰ ਉਸੇ ਦਾ ਵੈਰ ਕਰਦਾ ਜਿਹੜਾ ਪਰਮੇਸ਼ਰ ਦੇ ਨਾਲ ਜੁੜਿਆ ਹੋਇਆ। ਤੇ ਜੇ ਸੰਸਾਰ ਸਾਡੇ ਨਾਲ ਵੈਰ ਕਰਦਾ ਤੇ ਅਸੀਂ ਉਹਨਾਂ ਨਾਲ ਵੈਰ ਨਹੀਂ ਕਰਨਾ, ਕਿਉਂਕਿ ਉਹ ਤਾਂ ਬੁਰੇ ਵੀ ਕਰਦੇ ਆ। ਪਰ ਸਾਡੇ ਪਰਮੇਸ਼ਰ ਨੇ ਕੀ ਕਿਹਾ ਸੀ ਕਿ ਜਿਹਾ ਪ੍ਰੇਮ ਮੈਂ ਕੀਤਾ ਉਹੋ ਜਿਹਾ ਪ੍ਰੇਮ ਤੁਸੀਂ ਵੀ ਕਰੋ, ਤਾਂ ਕਿ ਤੁਸੀਂ ਆਪਣੇ ਗਵਾਂਢੀ ਦੇ ਨਾਲ ਵਫਾਦਾਰ ਰਹੋ, ਤਾਂ ਕਿ ਤੁਸੀਂ ਉਸ ਜੀਵਨ ਵਿੱਚ ਦਾਖਲ ਹੋ ਸਕੋ, ਤਾਂ ਕਿ ਸ਼ੈਤਾਨ ਦੀ ਸ਼ਕਤੀ ਤੁਹਾਡੇ ਵਿੱਚ ਕੰਮ ਨਾ ਕਰ ਸਕੇ, ਤਾਂ ਕਿ ਤੁਸੀਂ ਪਾਕ ਹੋਵੋ, ਸਾਫ਼ ਹੋਵੋ, ਅਲੱਗ ਕੀਤੇ ਚੁਣੇ ਹੋਏ, ਤੁਹਾਡੀ ਵੱਖਰੀ ਪਹਿਚਾਣ ਹੋਵੇ। ਹਾਲੇਲੂਇਆ। ਤੇ ਜੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਮਰ ਵੀ ਜਾਈਏ ਤਾਂ ਵੀ ਜਵਾਏ ਜਾਈਏ, ਤੇ ਸਾਨੂੰ ਆਪਣੇ ਪਿਤਾ ਦੀ ਤਰ੍ਹਾਂ ਜ਼ਿੰਦਗੀ ਜੀਣੀ ਪਊਗੀ, ਸਾਨੂੰ ਉਹਨਾਂ ਦੀਆਂ ਆਗਿਆ ਦੇ ਉੱਤੇ ਚੱਲਣਾ ਪਊਗਾ, ਸਾਨੂੰ ਹਰ ਉਹ ਕੰਮ ਕਰਨਾ ਪਊਗਾ ਜੋ ਸਾਡੇ ਪਰਮੇਸ਼ਰ ਨੇ ਕੀਤਾ, ਫਿਰ ਅਸੀਂ ਉਸ ਰਾਹ, ਸੱਚਾਈ ਔਰ ਜੀਵਨ ਨੂੰ ਹਾਸਿਲ ਕਰ ਸਕਦੇ ਹਾਂ। ਹਾਲੇਲੂਇਆ। ਤੇ ਆਵਾਜ਼ ਇਹਨਾਂ ਵਚਨਾਂ ਦੇ ਦੁਆਰਾ ਪ੍ਰਭੂ ਜੀ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਕਰਾਂਗੇ। ਧੰਨਵਾਦ 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 ਕਰਦੇ ਆ ਖੁਦਾਵੰਦ ਯਿਸੂ ਮਸੀਹ ਨਾਸੀ ਇਹਨਾਂ ਸਾਰੇ ਦਿਨ ਭਰ ਵਿੱਚ ਦਿੱਤੀਆਂ ਬਰਕਤਾਂ ਦੇ ਲਈ, ਆਸ਼ੀਸ਼ਾਂ ਦੇ ਲਈ, ਤੇਰੀਆਂ ਨਿਆਮਤਾਂ ਦੇ ਲਈ ਮੇਰੇ ਪਿਤਾ ਪਰਮੇਸ਼ਰ ਧੰਨਵਾਦ ਕਰਦੇ ਹਾਂ। ਤੁਸੀਂ ਹਰ ਸਮੇਂ ਵਿੱਚ ਸਾਡੀ ਰੱਖਿਆ ਕੀਤੀ ਮੇਰੇ ਪਿਤਾ ਪਰਮੇਸ਼ਰ, ਤੁਹਾਡੇ ਦੂਤਾਂ ਨੇ ਸਾਨੂੰ ਸੰਭਾਲ ਕੇ ਰੱਖਿਆ, ਸਾਡੇ ਆਉਣ ਜਾਣ ਵਿੱਚ ਸਾਡੀ ਮਦਦ ਤੇ ਸਹਾਇਤਾ ਕੀਤੀ ਮੇਰੇ ਪਿਤਾ ਪਰਮੇਸ਼ਰ, ਸਾਡੇ ਰਾਸਤਿਆਂ ਨੂੰ ਸਿੱਧਾ ਕੀਤਾ। ਤੁਹਾਡਾ ਧੰਨਵਾਦ ਕਰਦੇ ਮੇਰੇ ਪ੍ਰਭੂ ਜੀ, ਤੁਹਾਡੇ ਨਾਮ ਨੂੰ ਮਹਿਮਾ ਦਿੰਦੇ ਆ ਮੇਰੇ ਪਿਤਾ ਪਰਮੇਸ਼ਰ, ਵਡਿਆਈ ਕਰਦੇ ਆ ਤੁਹਾਡੇ ਸਾਮਰਥੀ ਨਾਂ ਦੀ ਮੇਰੇ ਪਿਤਾ ਪਰਮੇਸ਼ਰ, ਉਸ ਨਾਮ ਦੇ ਵਸੀਲੇ, ਉਸ ਲਹੂ ਦੇ ਵਸੀਲੇ ਜੋ ਤੁਸੀਂ ਸਾਨੂੰ ਸ਼ੈਤਾਨ ਦੇ ਵਿਰੋਧ ਵਿੱਚ ਹਰ ਤਰ੍ਹਾਂ ਦੀ ਜੰਗ ਵਿੱਚ ਫਤਿਹਮੰਦ ਹੋਣ ਲਈ ਤਿਆਰ ਕੀਤਾ ਮੇਰੇ ਪਿਤਾ ਪਰਮੇਸ਼ਰ। ਤੁਸੀਂ ਆਪਣੇ ਪਾਕ ਲਹੂ ਨੂੰ ਸਾਡੇ ਲਈ ਵਹਾ ਦਿੱਤਾ। ਸ਼ੁਕਰ ਕਰਦੇ ਮੇਰੇ ਪ੍ਰਭੂ ਜੀ, ਦਿਨ ਭਰ ਵਿੱਚ ਕੀਤੇ ਹੋਏ ਸਾਰੇ ਗਲਤੀਆਂ ਗੁਨਾਹਾਂ ਦੀ ਮਾਫੀ ਮੰਗਦੇ ਆ, ਕਬੂਲ ਕਰਦੇ ਔਰ ਹਮੇਸ਼ਾ ਦੇ ਲਈ ਛੱਡ ਦਿੰਦੇ ਆ ਮੇਰੇ ਪਿਤਾ ਪਰਮੇਸ਼ਰ। ਕੋਈ ਵੀ ਪਾਪ, ਕੋਈ ਕ੍ਰੋਧ ਜਾਂ ਵੈਰ ਸਾਡੀ ਜ਼ਿੰਦਗੀ 'ਚ ਕੰਮ ਨਾ ਕਰੇ, ਬਲਕਿ ਅਸੀਂ ਤੁਹਾਡੇ ਨਾਮ ਵਿੱਚ ਪਿਤਾ ਪਰਮੇਸ਼ਰ ਰਾਹ, ਸੱਚਾਈ ਔਰ ਜੀਵਨ ਨੂੰ ਹਾਸਲ ਕਰਨ ਵਿੱਚ ਲੱਗੇ ਰਹੀਏ ਮੇਰੇ ਪਿਤਾ ਪਰਮੇਸ਼ਰ। ਕੋਈ ਸ਼ੈਤਾਨ ਦੀ ਸ਼ਕਤੀ ਸਾਡੇ ਮਨ ਨੂੰ ਭਟਕਾ ਨਾ ਸਕੇ, ਕਿਸੇ ਵੀ ਤਰ੍ਹਾਂ ਦੀ ਬਦੀ ਸਾਡੀ ਜ਼ਿੰਦਗੀਆਂ 'ਚ ਕਾਰੇ ਨਾ ਕਰ ਸਕੇ ਮੇਰੇ ਪ੍ਰਭੂ ਜੀ। ਪਿਤਾ ਅਸੀਂ ਵਿਸ਼ਵਾਸ ਕਰਦੇ ਤੁਹਾਡੇ ਵਚਨ 'ਚ ਲਿਖਿਆ ਕਿ ਜੀਵਨ ਮੈਂ ਹਾਂ, ਔਰ ਅਸੀਂ ਇਸੇ ਵਿਸ਼ਵਾਸ ਦੇ ਨਾਲ ਤੁਹਾਡੇ ਨਾਲ ਜੁੜਦੇ ਹਾਂ ਮੇਰੇ ਪ੍ਰਭੂ ਜੀ, ਉਸ ਜੀਵਨ ਨੂੰ ਹਾਸਿਲ ਕਰਨ ਦੇ ਲਈ ਮੇਰੇ ਪਿਤਾ ਪਰਮੇਸ਼ਰ, ਜੋ ਜੀਵਨ ਤੁਸੀਂ ਸਾਡੇ ਲਈ ਤਿਆਰ ਕਰਕੇ ਰੱਖਿਆ ਮੇਰੇ ਪਿਤਾ। ਸਾਡੀ ਮਦਦ ਕਰੋ ਮੇਰੇ ਪ੍ਰਭੂ ਜੀ ਕਿ ਉਸ ਜੀਵਨ ਨੂੰ ਹਾਸਲ ਕਰਨ ਵਿੱਚ ਜੋ ਵੀ ਪ੍ਰੀਖਿਆ ਆ, ਜੋ ਵੀ ਸਾਡੀ ਜ਼ਿੰਦਗੀ ਵਿੱਚ ਚੈਲੰਜ ਆ ਮੇਰੇ ਪਿਤਾ ਪਰਮੇਸ਼ਰ, ਉਹਨਾਂ ਚੈਲੰਜਾਂ ਦੇ ਵਿੱਚੋਂ ਅਸੀਂ ਪਾਸ ਹੋ ਜਾਈਏ। ਕੋਈ ਸ਼ੈਤਾਨ ਦੀ ਸ਼ਕਤੀ ਸਾਨੂੰ ਸਾਡੇ ਮਾਰਗਾਂ ਤੋਂ ਭਟਕਾ ਨਾ ਸਕੇ ਮੇਰੇ ਪ੍ਰਭੂ ਜੀ। ਅਸੀਂ ਵਿਸ਼ਵਾਸ ਕਰਦੇ ਮੇਰੇ ਪਿਤਾ ਪਰਮੇਸ਼ਰ, ਤੁਸੀਂ ਵਚਨ 'ਚ ਕਹਿ ਕੇ ਜੇ ਕੋਈ ਮਰ ਵੀ ਜਾਵੇ ਤਾਂ ਵੀ ਜਵਾਇਆ ਜਾਵੇਗਾ ਪ੍ਰਭੂ ਜੀ। ਅਸੀਂ ਤੁਹਾਡੇ ਦੁੱਖ ਸਹਿੰਦੇ ਹੋਏ, ਉਹਨਾਂ ਦੁੱਖਾਂ ਵਿੱਚ ਸਾਂਝੀਦਾਰ ਹੁੰਦੇ ਹੋਏ ਜੇ ਅਸੀਂ ਮਰ ਵੀ ਜਾਈਏ ਤਾਂ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਅਸੀਂ ਅੰਤ ਦੇ ਦਿਨਾਂ ਵਿੱਚ ਉਸ ਸਦੀਪਕ ਜੀਵਨ ਨੂੰ ਪਾ ਲਵਾਂਗੇ। ਹਾਲੇਲੂਇਆ। ਮਦਦ ਕਰਨਾ ਮੇਰੇ ਪਿਤਾ ਪਰਮੇਸ਼ਰ, ਉਸ ਸਦੀਪਕ ਜੀਵਨ ਨੂੰ ਹਾਸਲ ਕਰਨ ਦੇ ਲਈ ਮੇਰੇ ਪਿਤਾ ਪਰਮੇਸ਼ਰ, ਸਾਡੀ ਇਸ ਦੌੜ ਨੂੰ ਪਿਤਾ, ਸਾਡੇ ਸੰਘਰਸ਼ ਦੇ ਵਿੱਚ ਮੇਰੇ ਪ੍ਰਭੂ ਜੀ ਆਪਣੇ ਦੂਤਾਂ ਦੇ ਪੈਰੇ ਸਾਡੇ ਲਾਓ ਮੇਰੇ ਪਿਤਾ ਪਰਮੇਸ਼ਰ, ਤਾਂ ਕਿ ਤੁਹਾਡੇ ਦੂਤ ਉਸ ਰਾਸਤਿਆਂ ਦੇ ਉੱਤੇ ਚੱਲਣ ਵਿੱਚ ਸਾਡੀ ਮਦਦ ਕਰਨ ਜਿਨ੍ਹਾਂ ਰਾਸਤਿਆਂ ਦੇ ਉੱਤੇ ਤੁਸੀਂ ਚੱਲੇ ਮੇਰੇ ਪਿਤਾ। ਅਸੀਂ ਉਹਨਾਂ ਰਾਹਾਂ ਨੂੰ ਤਿਆਗੀਏ ਨਾ, ਬਲਕਿ ਉਹਨਾਂ ਰਾਹਾਂ ਦੇ ਵਿੱਚ ਚੱਲਦੇ ਹੋਏ ਤੁਹਾਡੀ ਸਾਮਰਥ, ਤੁਹਾਡੇ ਅਨੁਗ੍ਰਹਿ ਨੂੰ ਗ੍ਰਹਿਣ ਕਰ ਲਈਏ ਮੇਰੇ ਪ੍ਰਭੂ ਜੀ। ਹਾਲੇਲੂਇਆ। ਥੈਂਕ ਯੂ ਜੀਸਸ। ਹਾਲੇਲੂਇਆ। ਸਰਵਸ਼ਕਤੀਮਾਨ ਜ਼ਿੰਦਾ ਪਰਮੇਸ਼ਰ, ਅਸੀਂ ਵਿਸ਼ਵਾਸ ਕਰਦੇ ਹਾਂ ਤੁਸੀਂ ਕਿਹਾ ਕਿ ਹਰ ਉਹ ਇਨਸਾਨ ਜੋ ਮੇਰੇ ਤੇ ਵਿਸ਼ਵਾਸ ਕਰਦਾ ਆ ਉਹ ਕਦੀ ਨਾ ਮਰੇਗਾ ਪ੍ਰਭੂ ਜੀ। ਅੱਜ ਅਸੀਂ ਆਪਣੇ ਵਿਸ਼ਵਾਸ ਦੀਆਂ ਭੇਟਾਂ ਲੈ ਕੇ, ਆਪਣੀ ਇੱਕ ਨੇਚਾ ਨੂੰ ਲੈ ਕੇ ਪਿਤਾ ਤੁਹਾਡੀ ਹਜ਼ੂਰੀ ਵਿੱਚ ਆਉਂਦੇ, ਅਸੀਂ ਵਿਸ਼ਵਾਸ ਕਰਦੇ ਹਾਂ। ਤੁਹਾਡੇ ਵਚਨ 'ਚ ਲਿਖਿਆ ਕਿ ਜੇ ਤੁਹਾਡੇ ਵਿੱਚ ਰਾਈ ਦੇ ਦਾਣੇ ਜਿੰਨੀ ਵੀ ਨੇਚਾ ਆ, ਜੇ ਤੁਸੀਂ ਪਹਾੜ ਨੂੰ ਕਹੋ ਤੇ ਪਹਾੜ ਵੀ ਤੁਹਾਡੇ ਲਈ ਉਖੜ ਜਾਵੇਗਾ ਪਿਤਾ। ਅਸੀਂ ਇਸ ਮੁਸੀਬਤਾਂ ਨੂੰ, ਇਹਨਾਂ ਚਿੰਤਾਵਾਂ ਨੂੰ ਜੋ ਪਹਾੜ ਦੀ ਤਰ੍ਹਾਂ ਸਾਡੀ ਜ਼ਿੰਦਗੀ 'ਚ ਆਈਆਂ ਆ, ਇਹਨਾਂ ਨੂੰ ਕਮਾਂਡ ਕਰਦੇ ਉਸ ਰਾਈ ਦੇ ਦਾਣੇ ਜਿੰਨੀ ਨੇਚਾ ਦੇ ਨਾਲ ਅਸੀਂ ਵਿਸ਼ਵਾਸ ਕਰਦੇ ਕਿ ਸਾਡੀਆਂ ਪਹਾੜ ਦੀ ਤਰ੍ਹਾਂ ਆਈਆਂ ਹੋਈਆਂ ਮੁਸੀਬਤਾਂ ਸਾਡੀ ਜ਼ਿੰਦਗੀ 'ਚੋਂ ਹਮੇਸ਼ਾ ਲਈ ਟਲ ਜਾਣਗੀਆਂ, ਕਿਉਂਕਿ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਆ। ਔਰ ਅਸੀਂ ਵਿਸ਼ਵਾਸ ਕਰਦੇ ਕਿ ਆਕਾਸ਼ ਤੇ ਧਰਤੀ ਟਲ ਜਾਣਗੇ ਪਰ ਸਤਿਗੁਰ ਪ੍ਰਭੂ ਯਿਸੂ ਮਸੀਹ ਦੇ ਬਚਨ ਕਦੇ ਨਹੀਂ ਟਲਣਗੇ। ਅਸੀਂ ਭਰੋਸਾ ਰੱਖਦੇ ਹਾਂ ਮੇਰੇ ਪਿਤਾ ਪਰਮੇਸ਼ਰ ਉਹਨਾਂ ਵਚਨਾਂ ਦੇ ਉੱਤੇ, ਉਹਨਾਂ ਜੀਵਿਤ ਵਚਨਾਂ ਦੇ ਉੱਤੇ ਪਿਤਾ। ਉਸ ਵਚਨ ਦੇ ਲਈ ਮੇਰੇ ਪਿਤਾ ਪਰਮੇਸ਼ਰ ਤੁਹਾਡਾ ਸ਼ੁਕਰ ਕਰਦੇ ਹਾਂ ਜਿਨ੍ਹਾਂ ਵਚਨਾਂ ਦੇ ਦੁਆਰਾ ਅੱਜ ਤੱਕ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ। ਆਪਣੀ ਬੁੱਧੀ ਦਿੱਤੀ ਹੈ ਮੇਰੇ ਪਿਤਾ, ਆਪਣਾ ਗਿਆਨ ਦਿੱਤਾ, ਆਪਣੀ ਸਮਝ ਸਾਡੀ ਜ਼ਿੰਦਗੀ 'ਚ ਦਿੱਤੀ ਮੇਰੇ ਪ੍ਰਭੂ ਜੀ, ਤਾਂ ਕਿ ਉਹਨਾਂ ਵਚਨਾਂ ਨੂੰ ਅਸੀਂ ਪੜ੍ਹ ਸੁਣ ਔਰ ਸਮਝ ਸਕੀਏ। ਪਰ ਇੱਕ ਹੋਰ ਬੁੱਧੀ ਦੀ ਜ਼ਰੂਰਤ ਹੈ ਮੇਰੇ ਪਿਤਾ, ਉਸ ਹੋਰ ਗਿਆਨ ਦੀ ਜ਼ਰੂਰਤ ਹੈ ਜਿਹਦੇ ਗਿਆਨ ਦੇ ਦੁਆਰਾ ਅਸੀਂ ਇਹਨਾਂ ਵਚਨਾਂ ਨੂੰ ਕਦੇ ਤਿਆਗ ਨਾ ਸਕੀਏ। ਸਾਨੂੰ ਤੁਹਾਡੇ ਪਵਿੱਤਰ ਲਹੂ ਦੇ ਉਸ ਸੁਰੱਖਿਆ ਕਵਚ ਦੀ ਜ਼ਰੂਰਤ ਹੈ ਮੇਰੇ ਪ੍ਰਭੂ ਜੀ, ਤਾਂ ਕਿ ਕੋਈ ਸ਼ੈਤਾਨ ਦੀ ਸ਼ਕਤੀ ਸਾਡੇ ਅੰਦਰ ਬੀਜੇ ਜਾਣ ਵਾਲੇ ਇਹਨਾਂ ਜ਼ਿੰਦਾ ਵਚਨਾਂ ਨੂੰ ਚੁਰਾ ਨਾ ਸਕੇ, ਸਾਡੀ ਜ਼ਿੰਦਗੀ ਨੂੰ ਨਾਸ਼ ਵੱਲ ਨਾ ਲਿਜਾ ਸਕੇ, ਬਲਕਿ ਅਸੀਂ ਸਦਾ ਦੇ ਜੀਵਨ ਨੂੰ ਪਾ ਲਈਏ। ਹਾਲੇਲੂਇਆ।
ਪ੍ਰਾਰਥਨਾ ਕਰਦੇ ਮੇਰੇ ਪਿਤਾ ਪਰਮੇਸ਼ਰ, ਇਸ ਵਚਨ ਦੇ ਨਾਲ ਜੁੜੇ ਹਰ ਇੱਕ ਭੈਣ ਭਾਈ ਦੇ ਲਈ, ਉਹਨਾਂ ਦੇ ਪੂਰੇ ਪਰਿਵਾਰਾਂ ਨੂੰ ਤੁਹਾਡੀ ਹਜ਼ੂਰੀ ਵਿੱਚ ਲੈ ਕੇ ਆਉਂਦੇ ਮੇਰੇ ਪਿਤਾ ਪਰਮੇਸ਼ਰ। ਹਰ ਇੱਕ ਜਾਨ ਅੱਜ ਤੁਹਾਡੇ ਜ਼ਿੰਦਾ ਲਹੂ ਦੇ ਨਾਲ ਬਲੈਸ ਹੋ ਜਾਵੇ, ਤੁਹਾਡੀ ਮਰਜ਼ੀ ਇਹਨਾਂ ਦੀ ਜ਼ਿੰਦਗੀ ਵਿੱਚ ਪੂਰੀ ਕੀਤੀ ਜਾਵੇ ਮੇਰੇ ਪਿਤਾ ਪਰਮੇਸ਼ਰ। ਸਾਰੀਆਂ ਬਿਮਾਰੀਆਂ ਪਹਾੜ ਦੀ ਤਰ੍ਹਾਂ ਹੋਈਆਂ, ਸਾਰੀਆਂ ਪਰੇਸ਼ਾਨੀਆਂ ਚਿੰਤਾਵਾਂ ਇਹਨਾਂ ਦੀ ਜ਼ਿੰਦਗੀ 'ਚੋਂ ਹਮੇਸ਼ਾ ਲਈ ਖਤਮ ਹੋ ਜਾਣ ਮੇਰੇ ਪਿਤਾ ਪਰਮੇਸ਼ਰ। ਇਹਨਾਂ ਦੀ ਬੋਡੀ ਬਲੈਸ ਹੋ ਜਾਵੇ ਪ੍ਰਭੂ ਜੀ। ਘਰ ਵਿੱਚ ਦਿੱਤੀਆਂ ਹੋਈਆਂ ਸਾਰੀਆਂ ਬਰਕਤਾਂ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ। ਇਹਨਾਂ ਦੀਆਂ ਸਾਰੀਆਂ ਜ਼ਰੂਰਤਾਂ ਤੁਹਾਡੇ ਸਾਮਰਥੀ ਨਾਲ ਸਵਰਗੀ ਰਾਜ ਵਿੱਚੋਂ ਪੂਰੀਆਂ ਕੀਤੀਆਂ ਜਾਣ ਪ੍ਰਭੂ ਜੀ। ਕੋਈ ਵੀ ਜਨ ਜੋ ਤੁਹਾਡੀ ਹਜ਼ੂਰੀ ਵਿੱਚ ਚਿੰਤਾ ਪਰੇਸ਼ਾਨੀ ਜਾਂ ਨਿਰਾਸ਼ਾ ਨੂੰ ਲੈ ਕੇ ਬੈਠਾ, ਇਹਨਾਂ ਦੀ ਅੱਜ ਜ਼ਿੰਦਗੀ ਵਿੱਚ ਇੱਕ ਆਨੰਦ ਨੂੰ ਭਰ ਦਿਓ ਪਿਤਾ, ਕਿਉਂਕਿ ਤੁਸੀਂ ਵਚਨ 'ਚ ਕਿਹਾ ਕਿ ਮੈਂ ਤੁਹਾਡੇ ਸੋਗ ਨੂੰ ਆਨੰਦ ਵਿੱਚ ਬਦਲ ਦੇਵਾਂਗਾ। ਅੱਜ ਜਿੰਨੇ ਵੀ ਜਨ ਚਿੰਤਾ ਵਿੱਚ ਜਾਂ ਪਰੇਸ਼ਾਨੀ ਵਿੱਚ ਤੁਹਾਡੀ ਹਜ਼ੂਰੀ 'ਚ ਬੈਠੇ ਆ ਪਿਤਾ, ਇਹਨਾਂ ਦੀ ਜ਼ਿੰਦਗੀ ਦੇ ਵਿੱਚ ਆਨੰਦ ਲੌਟ ਆਵੇ, ਤੁਹਾਡੀ ਸੱਚੀ ਸ਼ਾਂਤੀ ਇਹਨਾਂ ਦੀ ਜ਼ਿੰਦਗੀ ਵਿੱਚ ਲੌਟ ਆਵੇ ਮੇਰੇ ਪ੍ਰਭੂ ਜੀ। ਹਾਲੇਲੂਇਆ, ਥੈਂਕ ਯੂ ਜੀਸਸ, ਹਾਲੇਲੂਇਆ। ਸਰਵ ਸ਼ਕਤੀਮਾਨ ਜ਼ਿੰਦਾ ਪਰਮੇਸ਼ਰ ਤੇਰੀ ਤਾਰੀਫ ਹੋਵੇ, ਤਾਰੀਫ ਹੋਵੇ, ਤਾਰੀਫ ਹੋ ਮੇਰੇ ਪਿਤਾ ਪਰਮੇਸ਼ਰ। महिमा होवे प्रभु जी, तेरे सामर्थी नाम दी महिमा और वडियाई होवे मेरे पिता परमेश्वर। हालेलुया, थैंक यू जीसस, हालेलुया। प्रभु जी विश्वास करते हैं ਤੁਹਾਡੇ ਵਚਨ 'ਚ ਲਿਖਿਆ ਕਿ ਜੋ ਮੰਗੋਗੇ ਸੋ ਪਾਓਗੇ। ਪ੍ਰਭੂ ਜੀ ਇਸ ਵਚਨ 'ਤੇ ਵਿਸ਼ਵਾਸ ਰੱਖਦੇ ਹੋਏ ਅਸੀਂ ਪ੍ਰਾਰਥਨਾ ਕਰਦੇ ਮੇਰੇ ਪਿਤਾ ਪਰਮੇਸ਼ਰ ਤੁਹਾਡੇ ਬੇਟੇ ਪ੍ਰਿਥੀ ਰਾਮ ਦੇ ਲਈ ਮੇਰੇ ਪ੍ਰਭੂ ਜੀ। ਇਹਨਾਂ ਨੇ ਆਪਣੀ ਪ੍ਰਾਰਥਨਾ ਰਿਕੁਐਸਟ ਨੂੰ ਤੁਹਾਡੀ ਹਜ਼ੂਰੀ ਵਿੱਚ ਰੱਖਿਆ ਮੇਰੇ ਪਿਤਾ। ਪ੍ਰਿਥੀ ਰਾਮ ਨੂੰ ਔਰ ਪੂਰੇ ਪਰਿਵਾਰ ਨੂੰ ਤੁਹਾਡੀ ਹਜ਼ੂਰੀ ਵਿੱਚ ਸੌਂਪ ਦਿੰਦੇ ਮੇਰੇ ਪਿਤਾ ਪਰਮੇਸ਼ਰ। ਇਹਨਾਂ ਦੇ ਘਰ ਵਿੱਚ ਕੰਮ ਕਰਨ ਵਾਲੀਆਂ ਸਾਰੀਆਂ ਡੈਵਲ ਦੀਆਂ ਪਾਵਰਸ ਨੂੰ ਅਸੀਂ ਯਿਸੂ ਮਸੀਹ ਦੇ ਨਾਮ ਵਿੱਚ ਨਾਸ਼ ਕਰਦੇ ਨੇ। ਪਵਿੱਤਰ ਆਤਮਾ ਦੀ ਅੱਗ ਉਤਰ ਆਵੇ ਔਰ ਹਰ ਤਰ੍ਹਾਂ ਦੀਆਂ ਸ਼ੈਤਾਨ ਦੀਆਂ ਸ਼ਕਤੀਆਂ, ਜਾਦੂ ਟੋਣੇ ਵਾਲੀਆਂ ਗੰਦੀਆਂ ਸਪਿਰਿਟ ਇਹਨਾਂ ਦੀ ਜ਼ਿੰਦਗੀ 'ਚੋਂ ਹਮੇਸ਼ਾ ਲਈ ਕੈਂਸਲ ਆਊਟ ਹੋ ਜਾਣ। ਹਾਲੇਲੂਇਆ, ਪੂਰਾ ਪਰਿਵਾਰ ਤੁਹਾਡੇ ਸਾਮਰਥ ਦੇ ਨਾਲ ਭਰ ਜਾਵੇ ਮੇਰੇ ਪਿਤਾ ਪਰਮੇਸ਼ਰ। ਤੁਹਾਡੀ ਮਹਿਮਾ, ਤੁਹਾਡੀ ਵਡਿਆਈ ਕਰਦੀ ਹੋਵੇ ਤੁਹਾਡੇ ਬੱਚੇ ਪਿਤਾ, ਤੁਹਾਡੇ ਨਾਮ ਦੇ ਵਿੱਚ ਵਾਧੇ ਔਰ ਤਰੱਕੀ ਕਰਦੇ ਜਾਣ। ਹਾਲੇਲੂਇਆ, ਪ੍ਰਭੂ ਜੀ ਪ੍ਰਾਰਥਨਾ ਕਰਦੇ ਹਾਂ ਤੁਹਾਡੀ ਬੇਟੀ ਸੁਰਜੀਤ ਕੌਰ ਦੇ ਲਈ ਮੇਰੇ ਪਿਤਾ ਪਰਮੇਸ਼ਰ। ਉਹਨਾਂ ਦੀ ਜ਼ਿੰਦਗੀ ਵਿੱਚ ਕੰਮ ਕਰਨ ਵਾਲੀਆਂ ਹਰ ਤਰ੍ਹਾਂ ਦੀਆਂ ਬਿਮਾਰੀ ਦੀਆਂ ਆਤਮਾਵਾਂ ਹਮੇਸ਼ਾ ਲਈ ਤੁਹਾਡੇ ਸਾਮਰਥੀ ਨਾਮ ਵਿੱਚ ਖਤਮ ਹੋ ਜਾਣ, ਨਾਸ਼ ਹੋ ਜਾਣ, ਭਸਮ ਹੋ ਜਾਣ ਪ੍ਰਭੂ ਜੀ। ਅਸੀਂ ਵਿਸ਼ਵਾਸ ਕਰਦੇ ਮੇਰੇ ਪਿਤਾ ਪਰਮੇਸ਼ਰ ਕਿ ਤੁਸੀਂ ਇਸ ਭੈਣ ਨੂੰ ਛੂ ਲਿਆ ਮੇਰੇ ਪ੍ਰਭੂ ਜੀ। ਇਹਨਾਂ ਦੀ ਜ਼ਿੰਦਗੀ 'ਚ ਕੰਮ ਕਰਨ ਵਾਲੀਆਂ ਸਾਰੀਆਂ ਬਿਮਾਰੀਆਂ ਹਮੇਸ਼ਾ ਦੇ ਲਈ ਨਾਸ਼ ਹੋ ਗਿਆ ਮੇਰੇ ਪਿਤਾ ਪਰਮੇਸ਼ਰ। ਕੋਈ ਸ਼ੈਤਾਨ ਦੀ ਸ਼ਕਤੀ ਇਹਨਾਂ ਦੀ ਜ਼ਿੰਦਗੀ 'ਤੇ ਆਪਣਾ ਅਧਿਕਾਰ ਨਹੀਂ ਕਰ ਸਕਦੀ, ਕਿਉਂਕਿ ਤੁਸੀਂ ਇਹਨਾਂ ਨੂੰ ਆਪਣੇ ਜ਼ਿੰਦਾ ਲਹੂ ਦੇ ਨਾਲ ਧੋਤਾ ਔਰ ਸ਼ੁੱਧ ਕੀਤਾ ਮੇਰੇ ਪ੍ਰਭੂ ਜੀ। ਤੁਹਾਡੀ ਬੇਟੀ ਤੁਹਾਡੇ ਨਾਮ ਵਿੱਚ ਬਲੈਸ ਹੋ ਗਈ ਆ। ਹਾਲੇਲੂਇਆ, ਥੈਂਕ ਯੂ ਜੀਸਸ, ਹਾਲੇਲੂਇਆ। ਸਰਵ ਸ਼ਕਤੀਮਾਨ ਜ਼ਿੰਦਾ ਪਰਮੇਸ਼ਰ ਤੁਹਾਡੀ ਤਾਰੀਫ ਹੋਵੇ, ਤਾਰੀਫ ਹੋਵੇ, ਤਾਰੀਫ ਹੋ ਮੇਰੇ ਪਿਤਾ ਪਰਮੇਸ਼ਰ। ਹਾਲੇਲੂਇਆ, ਪ੍ਰਾਰਥਨਾ ਕਰਦੇ ਮੇਰੇ ਪਿਤਾ ਪਰਮੇਸ਼ਰ ਤੁਹਾਡੀ ਬੇਟੀ ਕਵਿਤਾ ਦੇ ਲਈ ਮੇਰੇ ਪ੍ਰਭੂ ਜੀ। ਪਿਤਾ ਉਹਨਾਂ ਦੇ ਪੂਰੇ ਪਰਿਵਾਰ ਨੂੰ ਤੁਹਾਡੀ ਹਜ਼ੂਰੀ ਵਿੱਚ ਲੈ ਕੇ ਆਉਂਦੇ ਆ, ਪਵਿੱਤਰ ਲਹੂ ਦੇ ਵਿੱਚ ਕਵਰ ਕਰਦੇ ਨੇ ਮੇਰੇ ਪ੍ਰਭੂ ਜੀ। ਉਹਨਾਂ ਦੀਆਂ ਜੋ ਵੀ ਚਿੰਤਾਵਾਂ ਪਰੇਸ਼ਾਨੀਆਂ ਜੋ ਉਹਨਾਂ ਨੇ ਤੁਹਾਡੀ ਹਜ਼ੂਰੀ ਵਿੱਚ ਰੱਖੀਆਂ, ਅਸੀਂ ਨਹੀਂ ਜਾਣਦੇ ਪਰ ਤੁਸੀਂ ਸਭ ਜਾਣਦੇ ਹੋ ਮੇਰੇ ਪਿਤਾ, ਕਿਉਂਕਿ ਤੁਹਾਡੇ ਵਚਨ 'ਚ ਲਿਖਿਆ ਕਿ ਜੋ ਮਨੁੱਖਾਂ ਤੋਂ ਅਣਹੋਣਾ ਆ ਉਹ ਮੇਰੇ ਕੋਲੋਂ ਹੋ ਸਕਦਾ ਪ੍ਰਭੂ ਜੀ। ਇਹਨਾਂ ਦੀ ਜ਼ਿੰਦਗੀ ਵਿੱਚ ਹਰ ਉਹ ਅਣਹੋਣੇ ਕੰਮ ਜੋ ਇਹਨਾਂ ਤੋਂ ਨਹੀਂ ਹੋ ਸਕਦੇ ਪਰ ਤੁਹਾਡੇ ਤੋਂ ਹੋ ਸਕਦੇ, ਇਹਨਾਂ ਦੀ ਜ਼ਿੰਦਗੀ ਵਿੱਚ ਹੋਣ ਦੇ ਲਈ ਪਿਤਾ ਪਰਮੇਸ਼ਰ ਇਹਨਾਂ ਦੀ ਮਦਦ ਤੇ ਸਹਾਇਤਾ ਕਰੋ। ਹਾਲੇਲੂਇਆ, ਪੂਰਾ ਪਰਿਵਾਰ ਤੁਹਾਡੇ ਨਾਮ ਵਿੱਚ ਬਲੈਸ ਹੋ ਜਾਵੇ। ਸਾਰੀਆਂ ਬਿਮਾਰੀਆਂ, ਹਰ ਤਰ੍ਹਾਂ ਦੀਆਂ ਸ਼ੈਤਾਨ ਦੀਆਂ ਸ਼ਕਤੀਆਂ ਹਮੇਸ਼ਾ ਲਈ ਇਹਨਾਂ ਦੀ ਜ਼ਿੰਦਗੀ 'ਚੋਂ ਕੈਂਸਲ ਹੋ ਜਾਣ ਮੇਰੇ ਪਿਤਾ ਪਰਮੇਸ਼ਰ। ਤੁਹਾਡੀ ਬੇਟੀ ਕਵਿਤਾ ਪਿਤਾ ਹਮੇਸ਼ਾ ਦੇ ਲਈ ਬਲੈਸ ਹੋ ਜਾਵੇ। ਤੁਹਾਡੀ ਮਹਿਮਾ ਗਾਉਂਦੇ ਹੋਏ ਪਿਤਾ, ਤੁਹਾਡੇ ਸਾਮਰਥੀ ਨਾਮ ਦੀ ਤਾਰੀਫ ਕਰਦੇ ਹੋਏ ਪੂਰਾ ਪਰਿਵਾਰ ਤੁਹਾਡੇ ਵਚਨਾਂ ਦੇ ਨਾਲ ਜੁੜਿਆ ਰਹੇ। ਹਾਲੇਲੂਇਆ, ਵਿਸ਼ਵਾਸ ਕਰਦੇ ਮੇਰੇ ਪਿਤਾ ਪਰਮੇਸ਼ਰ ਤੁਹਾਡੇ ਵਚਨ 'ਚ ਲਿਖਿਆ ਕਿ ਜੇ ਯਹੋਵਾ ਹੀ ਘਰ ਨੂੰ ਨਾ ਬਣਾਵੇ ਤਾਂ ਬਣਾਉਣ ਵਾਲੇ ਦੀ ਮਿਹਨਤ ਵਿਅਰਥ ਹੈ ਮੇਰੇ ਪਿਤਾ। ਇਹਨਾਂ ਹਰ ਇੱਕ ਪਰਿਵਾਰਾਂ ਨੂੰ ਤੁਹਾਡੀ ਹਜ਼ੂਰੀ ਵਿੱਚ ਲੈ ਕੇ ਆਉਂਦੇ ਆ। ਇਹਨਾਂ ਦੇ ਘਰ ਦੇ ਚੁਫੇਰੇ ਮੇਰੇ ਪਿਤਾ ਪਰਮੇਸ਼ਰ ਤੁਹਾਡੇ ਸਵਰਗਦੂਤਾਂ ਦੇ ਪੈਰਾਂ ਨੂੰ ਲਗਾ ਦਿੰਦੇ ਮੇਰੇ ਪ੍ਰਭੂ ਜੀ। ਕਿਸੇ ਵੀ ਤਰ੍ਹਾਂ ਦੀ ਲੜਾਈ ਝਗੜਾ ਪੈਦਾ ਕਰਨ ਵਾਲੀ ਦੁਸ਼ਟ ਆਤਮਾਵਾਂ ਜਾਂ ਪਰਿਵਾਰਾਂ ਵਿੱਚ ਫੁੱਟ ਪਾਉਣ ਵਾਲੀ ਗੰਦੀਆਂ ਆਤਮਾਵਾਂ ਹਮੇਸ਼ਾ ਇਹਨਾਂ ਦੇ ਘਰਾਂ ਵਿੱਚੋਂ ਨਾਸ਼ ਹੋ ਜਾਣ। ਇਸ ਘਰਾਂ ਨੂੰ ਤੁਸੀਂ ਬਲੈਸ ਕਰੋ ਮੇਰੇ ਪ੍ਰਭੂ ਜੀ। ਇਹਨਾਂ ਘਰਾਂ ਦੇ ਵਿੱਚ ਤੁਹਾਡਾ ਸਾਮਰਥ ਕੰਮ ਕਰੇ, ਤੁਹਾਡੇ ਬੱਚੇ ਤੁਹਾਡੇ ਨਾਮ ਵਿੱਚ ਬਲੈਸ ਹੋ ਜਾਣ। ਸਾਰੀਆਂ ਬਿਮਾਰੀਆਂ ਤੋਂ ਆਜ਼ਾਦ ਕਰਦੇ ਹੋਏ, ਹਰ ਤਰ੍ਹਾਂ ਦੇ ਜਾਦੂ ਟੂਣੇ ਤੋਂ, ਸਾਰੀਆਂ ਚਿੰਤਾਵਾਂ ਪਰੇਸ਼ਾਨੀਆਂ ਤੋਂ ਆਜ਼ਾਦ ਕਰਦੇ ਹੋਏ ਪੂਰੇ ਪਰਿਵਾਰ ਤੁਹਾਡੇ ਹੱਥ ਵਿੱਚ ਸੌਂਪਦੇ ਹੋਏ ਮੇਰੇ ਪਿਤਾ, ਇਸ ਪ੍ਰਾਰਥਨਾ ਨੂੰ ਯਿਸੂ ਮਸੀਹ ਜੀ ਦੇ ਸਾਮਰਥੀ ਨਾਮ ਦੇ ਵਿੱਚ ਸਾਰੇ ਮਿਲ ਕੇ ਮੰਗਦੇ ਹਾਂ। ਆਮੇਨ, ਆਮੇਨ, ਆਮੇਨ। ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ।